आप ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਅੱਜ ਦੀ ਇਸ ਕਲਾਸ ਦੇ ਵਿੱਚ ਜਿੱਥੇ ਆਪਾਂ ਗੁਰ ਇਤਿਹਾਸ ਗੁਰੂ ਨਾਨਕ ਸਾਹਿਬ ਸਤਿਗੁਰਾਂ ਦਾ ਜੀਵਨ ਜਿਹੜਾ ਉਹ ਵਿਚਾਰ ਰਹੇ ਹਾਂ। ਇਸ ਪਾਵਨ ਕਲਾਸ ਵਿੱਚ ਆਪ ਜੀ ਜੁੜੇ ਹੋ। ਸੋ ਕੱਲ ਜੋ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਕਿ ਉਦਾਸੀਆਂ ਤੇ ਗੁਰੂ ਨਾਨਕ ਸਾਹਿਬ ਸੈਦਪੁਰ ਭਾਈ ਲਾਲੋ ਦੇ ਘਰ ਮੌਜੂਦ ਨੇ, ਜਿੱਥੇ ਪਹਿਲਾਂ ਬਾਦਸ਼ਾਹ ਨੇ ਨਵਾਬ ਦੇ ਕਾਰਦਾਰ ਦਾ ਮਲਕ ਭਾਗੋ ਦਾ ਹੰਕਾਰ ਤੋੜਿਆ। ਉਹਨੂੰ ਦੱਸਿਆ ਕਿ ਕਿਵੇਂ ਤੇਰੀ ਰੋਟੀ ਤੇਰੇ ਖਾਣੇ ਵਿੱਚ ਗਰੀਬਾਂ ਦਾ ਲਹੂ ਏ। ਉਪਰੰਤ ਸੱਚੇ ਪਾਤਸ਼ਾਹ ਵਾਪਸ ਭਾਈ ਲਾਲੋ ਘਰ ਚਲੇ ਗਏ। ਇਹਨਾਂ ਦਿਨਾਂ ਵਿੱਚ ਕਹਿੰਦੇ ਅਜੇ ਗੁਰੂ ਸਾਹਿਬ ਉੱਥੇ ਹੀ ਸਨ ਕਿ ਜਿਹੜਾ ਇੱਥੋਂ ਦਾ ਨਵਾਬ ਹੈ ਉਹਦਾ ਪੁੱਤਰ ਬਿਮਾਰ ਹੋ ਗਿਆ। ਇਹ ਪਤਾ ਲੈਣ ਗਿਆ ਮਲਕ ਭਾਗੋ। ਇਹਨੇ ਆਖਿਆ ਕਿ ਜਿੰਨੇ ਵੀ ਫਕੀਰ ਨੇ ਸ਼ਹਿਰ ਦੇ ਉਹਨਾਂ ਨੂੰ ਸੱਦੋ, ਉਹਨਾਂ ਨੂੰ ਕੈਦ ਕਰੋ। ਜਿਹੜਾ ਕਾਮਲ ਫਕੀਰ ਹੋਏਗਾ ਉਹ ਤੇਰੇ ਪੁੱਤਰ ਨੂੰ ਠੀਕ ਕਰ ਦੇਗਾ ਤੇ ਬਾਕੀ ਫਕੀਰਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ। ਇਹਨੇ ਜਿਹੜੇ ਨਾਮ ਦਿੱਤੇ ਨਾ, ਉਹਨਾਂ ਨਾਵਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਸੀ ਤੇ ਭਾਈ ਮਰਦਾਨੇ ਦਾ ਨਾਮ ਵੀ ਸੀ। ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾਇਆ ਗਿਆ। ਨਵਾਬ ਆਇਆ, ਮੇਰੇ ਪਾਤਸ਼ਾਹ ਨੇ ਆਖਿਆ ਕਿ ਜ਼ੋਰ ਦੇ ਨਾਲ ਕਦੇ ਵੀ ਕੋਈ ਕੰਮ ਨਹੀਂ ਹੁੰਦਾ। ਨਵਾਬ ਨੇ ਆ ਕੇ ਆਖਿਆ ਕਿ ਮੇਰੇ ਪੁੱਤਰ ਲਈ ਅਰਦਾਸ ਕਰੋ ਪ੍ਰਮਾਤਮਾ ਦੇ ਅੱਗੇ, ਖੁਦਾ ਦੇ ਅੱਗੇ। ਤੇ ਸਤਿਗੁਰਾਂ ਨੇ ਆਖਿਆ ਕਿ ਜ਼ੋਰ ਨਾਲ ਕੀਤੀ ਹੋਈ ਅਰਦਾਸ ਜਿਹੜੀ ਉਹ ਤੇ ਉਹਦੇ ਦਰ ਤੇ ਕਦੇ ਪ੍ਰਵਾਨ ਹੁੰਦੀ ਨਹੀਂ। ਤੇਰਾ ਪੁੱਤਰ ਠੀਕ ਕਿਵੇਂ ਹੋਏਗਾ? ਖੈਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਰੋਟੀ ਦਾ ਇੱਕ ਟੁੱਕਰ ਮੰਗਾਇਆ ਭਾਈ ਲਾਲੋ ਦੇ ਘਰੋਂ, ਸੁੱਕੀ ਕੋਧਰੇ ਦੀ ਰੋਟੀ ਦਾ। ਉਹ ਇਹਦੇ ਪੁੱਤਰ ਨੂੰ ਦਿੱਤਾ ਤੇ ਰਾਜ਼ੀ ਹੋ ਗਿਆ। ਮੇਰੇ ਪਾਤਸ਼ਾਹ ਨੇ ਉੱਥੇ ਬੜਾ ਸਮਝਾਇਆ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਉਹ ਤੁਹਾਡੇ ਤੇ ਬੜਾ ਮਾੜਾ ਆ ਰਿਹਾ ਹੈ, ਬੜਾ ਭਿਆਨਕ ਆ ਰਿਹਾ ਤੁਹਾਡੇ ਤੇ ਆਉਣ ਵਾਲਾ ਜਿਹੜਾ ਸਮਾਂ ਹੈ। ਤੇ ਇੱਥੇ ਮੇਰੇ ਪਾਤਸ਼ਾਹ ਜੀ ਨੇ ਆਪਣਾ ਸਮਾਂ ਗੁਜ਼ਾਰਿਆ। ਇਹ ਸਾਰੇ ਗੁਰੂ ਦੇ ਲੜ ਲੱਗੇ, ਗੁਰੂ ਦੇ ਸਿੱਖ ਬਣੇ। ਮਲਕ ਭਾਗੋ ਤੇ ਭਾਈ ਲਾਲੋ ਇੱਥੇ ਪ੍ਰਚਾਰ ਕਰ ਰਹੇ ਹਨ। ਭਾਈ ਲਾਲੋ ਦੇ ਘਰ ਸੰਗਤ ਕਰਨ ਵਾਸਤੇ ਮਲਕ ਭਾਗੋ ਵੀ ਆ ਰਿਹਾ ਹੈ। ਇੱਥੇ ਚੰਗੀ ਸੰਗਤ ਜਿਹੜੀ ਉਹ ਗੁਰੂ ਸਾਹਿਬ ਦੀ ਬਣ ਗਈ। ਤੇ ਇਸ ਤੋਂ ਜੋ ਅਗਲਾ ਪ੍ਰਸੰਗ ਹੈ ਉਹ ਆਪਾਂ ਅੱਜ ਵਿਚਾਰਨਾ ਹੈ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸੱਚੇ ਪਾਤਸ਼ਾਹ ਜੀ ਸੈਦਪੁਰ ਸੰਡਿਆਲੀ ਤੋਂ ਤੁਰ ਕੇ ਤੇ ਗੁਰੂ ਸਾਹਿਬ ਜੀ ਵਾਪਸ ਇੱਕ ਵਾਰ ਫਿਰ ਨਗਰ ਤਲਵੰਡੀ ਆਏ। ਕਿਉਂਕਿ ਆਪਾਂ ਪਿੱਛੇ ਪੜ੍ਹਿਆ ਕਿ ਸੁਲਤਾਨਪੁਰ ਸਾਹਿਬ ਤੋਂ ਚੱਲੇ ਨੇ ਗੁਰੂ ਸਾਹਿਬ, ਤੇ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਸਿੱਧੇ ਸੈਦਪੁਰ ਦੀ ਧਰਤੀ ਤੇ ਆਏ ਨੇ, ਐਮਨਾਬਾਦ। ਇੱਥੋਂ ਹੁਣ ਕਹਿੰਦੇ ਵਾਪਸ ਤਲਵੰਡੀ ਗੁਰੂ ਸਾਹਿਬ ਗਏ ਹਨ। ਆ ਮੇਰੇ ਪਾਤਸ਼ਾਹ ਜੀ ਤਲਵੰਡੀ ਆਏ ਤੇ ਬਾਹਰ ਇੱਕ ਖੂਹ ਤੇ ਗੁਰੂ ਸਾਹਿਬ ਨੇ ਆਪਣਾ ਡੇਰਾ ਕਰ ਲਿਆ। ਜਦੋਂ ਆਖਦੇ ਨੇ ਪਿੰਡ ਵਿੱਚ ਪਰਿਵਾਰ ਨੇ ਸੁਣਿਆ ਤੇ ਪਿਤਾ ਕਾਲੂ ਨਾਲ ਚਾਚਾ ਲਾਲੂ ਤੇ ਮਾਤਾ ਤ੍ਰਿਪਤਾ ਇਹ ਤਿੰਨੇ ਆਏ ਤੇ ਹੱਥ ਜੋੜ ਕੇ ਆਖਿਆ ਸੀ ਗੁਰੂ ਸਾਹਿਬ ਜੀ ਪੁੱਤਰ ਨਾਨਕ ਘਰ ਚੱਲ ਸਾਡੇ ਨਾਲ। ਇਹਨਾਂ ਹੱਥ ਜੋੜ ਕੇ ਘਰ ਜਾਣ ਦੀ ਬੇਨਤੀ ਕੀਤੀ ਪਰ ਗੁਰੂ ਸਾਹਿਬ ਨਾ ਮੰਨੇ। ਕੁਝ ਚਿਰ ਹੋਰ ਇਹਨਾਂ ਵਾਰਤਾਲਾਪ ਕੀਤਾ ਤੇ ਚਾਚੇ ਨੇ ਕਿਹਾ ਕਿ ਨਾਨਕ ਰਾਏ ਬੁਲਾਰ ਦਰਸ਼ਨਾਂ ਦੀ ਲਾਲਸਾ ਵਿੱਚ ਹੈ। ਰਾਏ ਬੁਲਾਰ ਯਾਦ ਕਰ ਕਰਕੇ ਬੜਾ ਵੈਰਾਗ ਕਰਦਾ ਹੈ, ਤੁਹਾਨੂੰ ਯਾਦ ਕਰਦਾ। ਉਸ ਤਾਈਂ ਤੇ ਚੱਲੋ, ਉਹਨੂੰ ਰਾਏ ਬੁਲਾਰ ਨੂੰ ਦਰਸ਼ਨ ਦੇਣ ਦੇ ਵਾਸਤੇ। ਸੱਚੇ ਪਾਤਸ਼ਾਹ ਹੋਰ ਨਹੀਂ ਤੇ ਰਾਏ ਬੁਲਾਰ ਨੂੰ ਮਿਲਣ ਦੇ ਵਾਸਤੇ ਹੀ ਚੱਲੋ, ਕਿਰਪਾ ਕਰੋ। ਤਦ ਗੁਰੂ ਜੀ ਰਾਏ ਦੇ ਡੇਰੇ ਆਏ, ਜਿੱਥੇ ਰਾਏ ਬੁਲਾਰ ਸੀ ਉਹਦੇ ਡੇਰੇ ਆਏ। ਰਾਏ ਬੁਲਾਰ ਮੰਜੀ ਤੇ ਬੈਠਾ ਸੀ। ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ, ਰਾਏ ਬੁਲਾਰ ਉੱਠਿਆ, ਨੇੜੇ ਆਇਆ ਤੇ ਪੈਰਾਂ ਤੇ ਡਿੱਗਣ ਲੱਗੇ ਨੂੰ ਗੁਰੂ ਜੀ ਨੇ ਸੰਭਾਲਿਆ। ਜਦੋਂ ਰਾਏ ਬੁਲਾਰ ਨੇ ਗੁਰੂ ਸਾਹਿਬ ਦੇ ਦੀਦਾਰ ਕੀਤੇ, ਦਰਸ਼ਨ ਕੀਤੇ, ਉੱਠਿਆ ਆਪਣੇ ਮੰਜੇ ਤੋਂ ਤੇ ਰਾਏ ਬੁਲਾਰ ਚਾਹ ਰਿਹਾ ਸੀ ਕਿ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਾਂ, ਮੱਥਾ ਟੇਕਾਂ। ਪਰ ਕਹਿੰਦੇ ਗੁਰੂ ਸਾਹਿਬ ਨੇ ਉਹਨੂੰ ਫੜਿਆ, ਸੰਭਾਲਿਆ। ਰਾਏ ਬੁਲਾਰ ਨੇ ਆਪ ਨੂੰ ਮੰਜੇ ਦੇ ਸਿਰਹਾਣੇ ਵਾਲੇ ਪਾਸੇ ਕਰਕੇ ਬਿਠਾਇਆ ਤੇ ਆਪ ਮੇਰੇ ਪਾਤਸ਼ਾਹ ਦੌਣ ਵਾਲੇ ਪਵੰਦੀ ਵਾਲੇ ਪਾਸੇ, ਦੂਜੇ ਪਾਸੇ ਜਿੱਧਰ ਪੈਰ ਹੁੰਦੇ ਨੇ ਨਾ ਉਸ ਪਾਸੇ ਹੋ ਕੇ ਬੈਠ ਗਿਆ। ਕਿੰਨਾ ਚਿਰ ਕਹਿੰਦੇ ਰਾਏ ਬੁਲਾਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਗਿਰਦੇ ਰਹੇ ਤੇ ਗੁਰੂ ਜੀ
ਕਿਸੇ ਮਿਹਰ ਨਾਲ ਉਹਦੇ ਵੱਲ ਤੱਕਦੇ ਰਹੇ, ਕਿਸੇ ਮਿਹਰ ਦੀ ਨਜ਼ਰ ਨਾਲ। ਕਿੰਨੀ ਦੇਰ ਬਾਅਦ ਰਾਏ ਬੁਲਾਰ ਨੇ ਆਖਿਆ, ਇਹ ਬਖਸ਼ੇ ਹੋਏ, ਕਿਰਪਾ ਕਰ, ਰਹਿਮਤ ਕਰ। ਉਦੋਂ ਮੈਂ ਤੋਂ ਚੱਕਿਆ ਨਹੀਂ ਗਿਆ, ਮੁੜ ਕੇ ਮੈਂ ਬਾਜ਼ਾਰ ਗਈ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਕਿੰਨੀ ਦੇਰ ਬਾਅਦ ਰਾਏ ਬੁਲਾਰ ਬੋਲਿਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖੋ ਸੰਬੋਧਨ ਕਰਨ ਦਾ ਉਹਦਾ ਤਰੀਕਾ ਕਿੰਨੇ ਕਮਾਲ ਦਾ ਹੈ। ਗੁਰੂ ਸਾਹਿਬ ਨੂੰ ਕਹਿ ਰਿਹਾ ਹੈ ਬਖਸ਼ੇ ਹੋਏ, ਭਾਵ ਤੂੰ ਤੇ ਬਖਸ਼ਿਆ ਹੈ ਉਸ ਖੁਦਾ ਦੇ ਦਰ ਤੋਂ, ਤੇ ਕਿਰਪਾ ਕਰ ਮੈਨੂੰ ਵੀ ਉਹਦੇ ਦਰ ਤੋਂ ਬਖਸ਼ਵਾ ਦੇ, ਮੈਨੂੰ ਵੀ ਬਖਸ਼ਾ ਦੇ। ਗੁਰੂ ਜੀ ਨੇ ਫਿਰ ਕਿਹਾ, ਰਾਏ ਬੁਲਾਰ ਤੁਸੀਂ ਤੇ ਧੁਰੋਂ ਬਖਸ਼ੇ ਗਏ ਹੋ, ਧੁਰੋਂ ਹੀ ਉਸ ਪਰਮਾਤਮਾ ਦੇ ਦਰ ਤੋਂ ਬਖਸ਼ੇ ਹੋ। ਰਾਏ ਬੁਲਾਰ ਨੇ ਫਿਰ ਆਖਿਆ, ਧੁਰੋਂ ਬਖਸ਼ਾਇਆ ਹੀ ਤਾਂ ਆਪ ਵੀ ਕੁਛ ਆਪਣੀ ਮਿਹਰ ਕਰੋ। ਜੇ ਤੁਸੀਂ ਧੁਰੋਂ ਮੈਨੂੰ ਬਖਸ਼ਵਾ ਦਿੱਤਾ, ਮੈਂ ਬਖਸ਼ਿਆ ਗਿਆ ਤੁਹਾਡੀਆਂ ਰਹਿਮਤਾਂ ਦੇ ਨਾਲ ਧੁਰੋਂ, ਤੇ ਕਿਰਪਾ ਕਰੋ ਤੁਸੀਂ ਆਪਣੀ ਵੀ ਕੋਈ ਮਿਹਰ ਮੇਰੇ ਤੇ ਕਰੋ। ਗੁਰੂ ਜੀ ਨੇ ਫਿਰ ਅੱਗੋਂ ਆਖਿਆ, ਰਾਏ ਜੀਓ, ਜਿੱਥੇ ਅਸੀਂ ਉੱਥੇ ਤੁਸੀਂ, ਜਿੱਥੇ ਅਸੀਂ ਉੱਥੇ ਤੁਸੀਂ। ਫਿਰ ਰਾਏ ਬੁਲਾਰ ਨੇ ਆਖਿਆ, ਕਹਿੰਦਾ ਸੱਚੇ ਪਾਤਸ਼ਾਹ ਇੱਕ ਕਿਰਪਾ ਕਰ, ਇੱਕ ਰਹਿਮਤ ਕਰ, ਮੈਨੂੰ ਆਪਣਾ ਮੱਥਾ, ਆਪਣਾ ਸਿਰ ਆਪਣੇ ਚਰਨਾਂ ਨਾਲ ਲਾ ਲੈਣ ਦੇ, ਮੈਂ ਆਪਣਾ ਸਿਰ ਤੇਰੇ ਚਰਨਾਂ ਤੇ ਲਾਉਣਾ ਚਾਹੁੰਦਾ। ਮੇਰੀ ਪੂਰੀ ਤਾਂ ਪੈਂਦੀ ਏ। ਇਹ ਕਹਿ ਕੇ ਰਾਏ ਬੁਲਾਰ ਮੱਲੋ ਮੱਲੀ ਮੰਜੀ ਤੋਂ ਹੇਠਾਂ ਹੋ ਗਿਆ, ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸੋਹਣੇ ਸੋਹਣੇ ਚਰਨਾਂ ਦੇ ਨਾਲ ਇਹਨੇ ਆਪਣਾ ਸਿਰ ਲਾ ਲਿਆ। ਆਪਣਾ ਸਿਰ, ਆਪਣਾ ਮਸਤਕ ਇਹਨੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਰੱਖ ਲਿਆ। ਕਹਿੰਦੇ ਸਿਰ ਚਰਨਾਂ ਦੇ ਨਾਲ ਛੂੰਹਦਿਆਂ ਸਾਰ ਹੀ ਰਾਏ ਬੁਲਾਰ ਦੇ ਮਨ ਵਿੱਚ ਜਿੱਥੇ ਪਿਆਰ ਤੇ ਬਿਰਹਾ ਡੇਰਾ ਲਾਈ ਬੈਠਾ ਸੀ ਨਾ, ਉੱਥੇ ਖੁਸ਼ੀ ਦੀ ਚਰਨਾਹਟ ਛਿੜੀ, ਤੇ ਰਾਏ ਬੁਲਾਰ ਦਾ ਲੂੰ ਲੂੰ ਵਿਗਾਸ ਗਿਆ, ਖੁਸ਼ ਹੋ ਗਿਆ, ਖਿੜ ਗਿਆ। ਕਿਸ ਤਰ੍ਹਾਂ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰੂ ਨਾਨਕ ਸਾਹਿਬ ਦੇ, ਨਾਨਕ ਭਗਤਾਂ ਸਦਾ ਵਿਗਾਸ। ਉਹ ਅਸਲ ਵਿੱਚ ਉਹਦੀ ਅਵਸਥਾ ਬਣ ਗਈ। ਪਾਪਾਂ ਤੇ ਉਹਨਾਂ ਦੇ ਫਲ ਦੁੱਖਾਂ ਦਾ ਨਾਸ਼ ਹੋ ਗਿਆ। ਸੁਣਿਆ ਦੁੱਖ ਪਾਪ ਕਾ ਨਾਸ਼ ਹੋ ਗਿਆ, ਦੁੱਖ ਪਾਪ ਝੜ ਗਏ। ਜਦੋਂ ਇਹਨੇ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਰੱਖਿਆ ਨਾ, ਇਹਦੇ ਦੁੱਖ ਕਹਿੰਦੇ ਸਦਾ ਦੇ ਵਾਸਤੇ ਖਤਮ ਹੋ ਗਏ। ਕੁਝ ਚਿਰ ਇਸੇ ਰਸ ਵਿੱਚ ਨਿਗਮਨ ਰਹਿ ਕੇ ਰਾਏ ਨੇ ਆਪਣੇ ਦਾਸ ਨੂੰ ਕਿਹਾ ਕਿ ਸੁੱਧੇ ਬ੍ਰਾਹਮਣ ਨੂੰ ਆਖੋ ਪ੍ਰਸ਼ਾਦ ਤਿਆਰ ਕਰੇ। ਪ੍ਰਸ਼ਾਦ ਭਾਵ ਲੰਗਰ, ਕੜਾਹ ਪ੍ਰਸ਼ਾਦ ਨਹੀਂ, ਪ੍ਰਸ਼ਾਦ ਦਾ ਅਰਥ ਹੈ ਲੰਗਰ। ਰਾਏ ਬੁਲਾਰ ਨੇ ਆਖਿਆ ਕਿ ਸੁੱਧੇ ਬ੍ਰਾਹਮਣ ਨੂੰ ਕਹੋ ਕਿ ਅੱਜ ਲੰਗਰ ਤਿਆਰ ਕਰੇ, ਅੱਜ ਪ੍ਰਸ਼ਾਦ, ਅੱਜ ਲੰਗਰ ਸਾਰੇ ਇੱਥੇ ਹੀ ਛਕਣਗੇ। ਰਾਏ ਬੁਲਾਰ ਨੇ ਆਖਿਆ ਇੱਥੇ ਮੇਰੇ ਕੋਲ ਹੀ ਅੱਜ ਸਾਰੇ ਲੰਗਰ ਛਕਣਗੇ। ਰਾਏ ਨਾਲ ਇੰਨਾ ਪਿਆਰ ਵੇਖ ਕੇ ਪਰਿਵਾਰ ਸਾਰੇ ਨੇ ਜ਼ੋਰ ਦਿੱਤਾ ਕਿ ਰਾਏ ਜੀ ਤੁਸੀਂ ਪ੍ਰੇਰਨਾ ਕਰੋ ਕਿ ਨਾਨਕ ਬਾਹਰ ਨਾ ਜਾਵੇ, ਤੁਸੀਂ ਕਹੋ ਨਾਨਕ ਬਾਹਰ ਨਾ ਜਾਵੇ। ਤਪੋ ਵੇਸ ਵਿੱਚ ਹੀ, ਭਾਵੇਂ ਇਸੇ ਭੇਸ ਜਿਹੜਾ ਇਹਨੇ ਪਹਿਰਾਵਾ ਨਾਨਕ ਨੇ ਪਹਿਨਿਆ ਹੈ, ਭਾਵੇਂ ਇਸੇ ਵੇਸ ਇਸੇ ਪਹਿਰਾਵੇ ਵਿੱਚ ਹੀ ਰਵੇ, ਸਾਨੂੰ ਕੋਈ ਗੱਲ ਨਹੀਂ, ਪਰ ਇੱਥੇ ਹੀ ਰਵੇ ਸਾਡੇ ਕੋਲ। ਘਰ ਛੱਡ ਕੇ, ਨਗਰ ਛੱਡ ਕੇ, ਪਿੰਡ ਛੱਡ ਕੇ ਇਹ ਕਿਤੇ ਦੂਰ ਨਾ ਜਾਵੇ। ਜਦੋਂ ਇਹ ਗੱਲ ਰਾਏ ਬੁਲਾਰ ਨੇ ਸੁਣੀ ਤੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਆਪ ਫਕੀਰੀ ਹੀ ਕਰੋ, ਕੋਈ ਗੱਲ ਨਹੀਂ, ਪਰ ਇੱਕ ਰਹਿਮਤ ਕਰੋ, ਇੱਥੇ ਹੀ ਟਿਕੋ, ਜਾਓ ਕਿਤੇ ਨਾ। ਇਹ ਬੇਨਤੀ ਹੁਣੇ ਵੀ ਕਰ ਰਿਹਾ ਹੈ। ਜ਼ਿਮੀ ਸਭ ਜੋ ਮੇਰੀ ਹੈ, ਭਾਵ ਜਿੰਨੀਆਂ ਜ਼ਮੀਨਾਂ ਮੇਰੇ ਕੋਲ ਹਨ ਆਪ ਦੀ ਬਖਸ਼ੀਸ਼ ਹੈ। ਕਾਮੇ ਕੰਮ ਕਰਨਗੇ, ਆਪ ਵੰਡੋ ਤੇ ਵਰਤਾਓ। 1500 ਮੁਰੱਬਾ ਜ਼ਮੀਨ ਸੀ ਰਾਏ ਬੁਲਾਰ ਦੇ ਕੋਲ। ਮੈਂ ਸ਼ਾਇਦ ਅੱਗੇ ਵੀ ਬੇਨਤੀ ਕਰ ਚੁੱਕਿਆ, ਜਿਹਦੇ ਵਿੱਚੋਂ 750 ਮੁਰੱਬਾ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਕਰਤੀ ਸੀ। ਫਿਰ ਵੀ ਕਹਿ ਰਿਹਾ ਹੈ ਸੱਚੇ ਪਾਤਸ਼ਾਹ ਜਿੰਨੀ ਜ਼ਮੀਨ ਮੇਰੇ ਕੋਲ ਸਾਰੀ ਤੇਰੀ ਏ, ਕਾਮੇ ਕੰਮ ਕਰਦੇ ਰਹਿਣਗੇ, ਤੁਸੀਂ ਵੰਡੋ ਤੇ ਵਰਤਾਓ, ਜੋ ਮਰਜ਼ੀ ਕਰੋ, ਜਿਵੇਂ ਸੁੱਖ ਮੰਨੋ ਕਰੋ, ਕੋਈ ਕੁਛ ਨਹੀਂ ਕਹੇਗਾ ਤੁਹਾਨੂੰ। ਰਾਏ ਬੁਲਾਰ ਕਹਿ ਰਿਹਾ, ਗੁਰੂ ਜੀ ਬੋਲੇ ਕਿਰਸਾਣੀ ਹੱਟੀ ਬਹਿ ਕੇ ਵਪਾਰ, ਫਿਰ ਕੇ ਸੁਦਾਗਰੀ ਤੇ ਲੱਕ ਬੰਨ ਕੇ ਚਾਕਰੀ, ਸਭਨੀ ਥੋਕੀ ਅਸਾਂ ਨਾਮ ਸਾਈਂ ਦਾ ਚਿੱਤ ਕੀਤਾ ਹੈ। ਸਭਨੀ ਥੋਕੀ, ਹੱਟੀ ਬਹਿ ਕੇ ਵੀ ਕਿਸਾਨੀ ਵੀ ਗੁਰੂ ਸਾਹਿਬ ਨੇ ਕੀਤੀ, ਵਪਾਰ ਵੀ ਕੀਤਾ, ਸੁਦਾਗਰੀ ਵੀ ਕੀਤੀ, ਜਦੋਂ 20 ਰੁਪਏ ਲੈ ਕੇ ਗਏ ਸਨ ਸੌਦਾ ਖਰੀਦਣ, ਚਾਕਰੀ ਵੀ ਗੁਰੂ ਸਾਹਿਬ ਕਹਿੰਦੇ
ਸੁਲਤਾਨਪੁਰੇ ਬਾਦਸ਼ਾਹ ਕਹਿੰਦੇ ਅਸੀਂ ਚਾਕਰੀ ਵੀ ਕੀਤੀ, ਪਰ ਅਸਾਂ ਨਾਮ ਸਾਈਂ ਦਾ ਚਿੱਤ ਕੀਤਾ ਹੈ। ਇਹੋ ਹੈ ਕਿਰਸਾਣੀ, ਇਹੋ ਹੱਟ, ਇਹੋ ਸੁਦਾਗਰੀ ਤੇ ਇਹੋ ਚਾਕਰੀ ਕਰਨੀ ਹੈ। ਰਾਏ ਜੀ ਗੁਰੂ ਸਾਹਿਬ ਕਹਿ ਰਹੇ ਨੇ, ਕਹਿੰਦੇ ਰਾਏ ਬੁਲਾਰ ਇਹ ਸਭ ਕੁਝ ਸਾਹਿਬ ਦੇ ਹੁਕਮ ਵਿੱਚ ਹੈ। ਰਾਏ ਤਾਂ ਰਜ਼ਾ ਦਾ ਬੰਦਾ ਸੀ, ਉਹ ਸਮਝ ਗਿਆ। ਰਾਏ ਬੁਲਾਰ ਰਜ਼ਾ ਵਿੱਚ ਰਹਿਣ ਵਾਲਾ ਸੀ, ਉਹ ਸਮਝ ਗਿਆ, ਉਹਨੂੰ ਤੇ ਸਮਝ ਆ ਗਈ ਸਾਰੀ। ਇਹ ਸਾਹਿਬ ਦੇ ਰੰਗ ਰੱਤੇ ਨੇ, ਉਸ ਦੇ ਪ੍ਰੇਮ ਵਿੱਚ ਜਗਤ ਤਾਰਨ ਲਈ ਫਕੀਰ ਬਣੇ ਨੇ ਗੁਰੂ ਨਾਨਕ ਸਾਹਿਬ। ਇਹਨਾਂ ਨੂੰ ਅਟਕਾਉਣਾ, ਰਜ਼ਾ ਵਿੱਚ ਦਖਲ ਦੇਣਾ ਹੈ। ਤਾਂ ਫਿਰ ਇਹ ਗੱਲ ਆਖੀ, ਉਸ ਨੇ ਫਿਰ ਆਖਿਆ ਕੋਈ ਹੋਰ ਫਰਮਾਇਸ਼ ਕਰੋ ਜੋ ਅਸੀਂ ਵੀ ਕਬੂਲ ਪਵੀਏ। ਤਾਂ ਗੁਰੂ ਜੀ ਬੋਲੇ ਰਾਏ ਬੁਲਾਰ ਫਰਮਾਇਸ਼ ਇਹ ਆ, ਉਹ ਕੰਮ ਕਰਨਾ ਜੋ ਉਸ ਰੱਬ ਨੂੰ ਭਾਵੇ। ਰਾਏ ਬੁਲਾਰ ਨੇ ਆਖਿਆ ਕੋਈ ਸਾਨੂੰ ਵੀ ਦੱਸੋ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਰਾਏ ਬੁਲਾਰ ਆਪਣੀ ਜ਼ਿੰਦਗੀ ਦੇ ਅੰਦਰ ਉਹ ਕੰਮ ਕਰਨਾ ਹੈ ਜਿਹੜਾ ਕੰਮ ਰੱਬ ਨੂੰ ਭਾ ਜਾਵੇ। ਆਪਣੀ ਜ਼ਿੰਦਗੀ ਦੇ ਅੰਦਰ ਉਸ ਰੱਬ ਨੂੰ ਧਿਆਉਣਾ, ਜਿੱਥੇ ਜ਼ੋਰ ਨਾ ਚੱਲੇ ਉੱਥੇ ਜ਼ੋਰ ਸਾਈਂ ਨੂੰ ਅਰਾਧਨ ਉੱਤੇ ਲਾਉਣਾ। ਜਿੱਥੇ ਜ਼ੋਰ ਨਹੀਂ ਨਾ ਚੱਲਦਾ ਉੱਥੇ ਜ਼ੋਰ ਸਾਈਂ ਦੇ ਅਰਾਧਨ ਉੱਤੇ ਲਾਉਣਾ, ਉਹਦੀ ਸ਼ਰਨ ਵਿੱਚ ਰਹਿਣਾ। ਇੱਥੇ ਮੈਂ ਇਹ ਵੀ ਥੋੜੇ ਜਿਹੇ ਬਚਨ ਕਰਾਂ। ਜਨਮ ਸਾਖੀ ਵਿੱਚ ਜੋ ਇਹ ਬਚਨ ਨੇ ਮੈਂ ਤੁਹਾਨੂੰ ਹੂਬਹੂ ਵੀ ਇੱਕ ਵਾਰ ਸੁਣਾ ਦਿੰਦਾ। ਇੱਕ ਫਰਮਾਇਸ਼ ਆਖੀ ਹੈ ਜੇ ਮੰਨੇ ਸਾਈਂ ਜਿਸ ਤੇ ਜ਼ੋਰ ਨਾ, ਇਹ ਭਾਈ ਸਾਹਿਬ ਭਾਈ ਵੀਰ ਸਿੰਘ ਵਾਹਿਗੁਰੂ ਨੇ ਇਹ ਲਿਖਿਆ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਇੱਕ ਫਰਮਾਇਸ਼ ਆਖੀ ਹੈ ਜੇ ਮੰਨੈ ਸਾਈਂ ਜਿਸ ਤੇ ਜ਼ੋਰ ਨਾ ਚੱਲਦੀ ਕਹਿ ਵੋਹ ਤੇ ਆਈ। ਐਸਾ ਸਤਿਗੁਰ ਰਾਏ ਜੀ ਕਿੱਥੈ ਹਾਥ ਕਿਸੇ ਹਾਥ ਨਾ ਆਵੈ ਸੋਈ ਕਾਰ ਕਮਾਵਨੀ ਜੋ ਉਸ ਕੋ ਭਾਵੈ ਰਹਾਓ। हिकमत हुक्म न चले कोई कर देखै सेख मसाइक सिद्ध साल सब लिखिया लेखै। खैर मेरे पातशाह जी ने राय बुलार नूं इत्थे समझाया, राय बुलार नूं आख्या कि जिहदे अगे जोर ना चलदा उहदे अगे हथ जोड़ के अरदास कर लिया करो, उहदे अगे हथ जोड़ के बेनती कर लिया करिए। इन्हां दिनां दी ही वार्ता है कि एक दिन माता त्रिपता जी बोले, तुलसा जाओ लाल जी नूं आखजो भोजन तैयार है छक लैण। तुलसा दासी सी इस घर दी। कुछ कुछ इतिहासकारां ने तुलसा दा जिक्र जिहड़ा है वो सुल्तानपुर कीता है। भाई साहब भाई वीर सिंह जी ने तुलसा दा जिहड़ा जिक्र है वो इत्थे ही कीता है। गुरप्रताप सूरज ग्रंथ गुरु नानक प्रकाश दे विच भी तुलसा दी जिहड़ी साखी वो इत्थे ही लिखी गई है। माता त्रिपता जी ने आख्या तुलसा जाओ गुरु नानक साहब नूं आखो अंदर पए ने कि प्रशादा तैयार है ते आके छक लैण। तुलसा 7 वचन कह के चली गई। कहते जो तुलसा गई ना ते जगत नूं सुंदरता प्रदान करने वाले सतगुरु नानक देव जी बिराज रहे सन। चेहरे ते कुछ ऐसा उच्चा ते पावन प्रभाव सी कि तुलसा दा जगाउण दा हौसला ना पिया। सुते पए सन पातशाह, तुलसा दा जगाउण दा हौसला ना पिया। फिर मन विच आया कि जे मैं चरण घुटां, चरण दबावां, चरण नप्पां तां सुख नाल जाग पैणगे, भी उदां ना जगावां जाग पैणगे। ये सोच के जद तुलसा ने चरण छुए तां उस दे शरीर विच जीवन दी झरनाहट छिड़ गई। जिस तरह बिजली नूं छुया शरीर विचों थर करदी एक रोह लंघदी है ना, इसे झरनाहट ने उस दीआं अखां दे छोड़ कट दिते। किड्डी कमाल दी गल है। कुछ कुछ इतिहासकारां ने यह भी लिखा है कि तुलसा दासी कुछ बजुर्ग सी ते उस बजुर्ग तुलसा दासी दे मन विच आया, क्योंकि असीं किसी नूं भी सुते पे नूं उठाउणा होवे ना ते उहनूं जां आवाज़ दिंदे आ ते जां मोढे तो फड़ के उहनूं हिला के असीं उठाउणे। इहदे मन विच आया कि जे मैं मोढे तो फड़ के हिलावां ते मेरा हथ मेरे बड़े सख्त ने, मैं बजुर्ग हो गई हां, बुढ़ियां हड्डियां नज़र आ रहीआं ने ते हथ मेरे बड़े करड़े ने ते इह ना होवे किते गुरु साहब दे शरीर नूं कोई दुख होवे। ते सिर वाले पासों चरना वाले पासे आ गई भी चरना ते हथ ला के। फिर उही डर मन विच आया। कुछ इतिहासकारां ने आख्या ये ना थल्ले बैठ गई पुआंदी वाले पासे ते इहने अपनी जीभ जिहड़ी है ना वो गुरु नानक साहब दे चरनां नूं अंगूठे नूं छुआ दित्ती भी इहदे नाल स्पर्श होएगा मेरी जीभ दा, क्योंकि जीभ कोमल है शरीर दा अंग है ते जीभ स्पर्श होएगी ते गुरु नानक साहब उठ पैणगे। कहंदे जदों ये कुछ होया ना इहने जीभ लाई ते झरनाहट जी छिड़ी इहदे अंदर इक्को दम।
ਇੱਕੋ ਦਮ ਉਹਦੀ ਅੱਖਾਂ ਦੇ ਛੌੜ ਕੱਟ ਦਿੱਤੇ। ਘਰ ਦਾ ਟਿੱਕਾ ਉਸਨੂੰ ਸੰਸਾਰ ਦਾ ਟਿੱਕਾ ਉਹ ਦਿਸਿਆ। ਉਸਦੇ ਮਨ ਨੇ ਵੇਖ ਲਿਆ ਕਿ ਇਹ ਕੋਈ ਆਮ ਇਨਸਾਨ ਨਹੀਂ, ਇਹ ਸੱਚਾ ਪੁਰਖ ਹੈ ਤੇ ਇਸ ਜਗਤ ਦੇ ਵਿੱਚ ਮਨੁੱਖੀ ਖੇਲ ਖੇਡ ਰਿਹਾ ਹੈ। ਮਨੁੱਖੀ ਖੇਡ ਵੀ ਮਨੁੱਖ ਬਣ ਕੇ ਆਇਆ। ਐਸੀ ਉੱਚੀ ਸੁਰਤ ਹੋ ਗਈ ਕਿ ਦਾਸੀ ਦਾ ਮਨ ਉੱਚੇ ਮੰਡਲਾਂ ਵਿੱਚ ਚਲਾ ਗਿਆ। ਉੱਥੇ ਸਮਾਧੀ ਲੱਗ ਗਈ, ਜਿਹਨੂੰ ਅਸੀਂ ਕਹਿੰਦੇ ਹਾਂ। ਚਾਰ ਚੁਫੇਰੇ ਕੀ ਧੱਕੇ ਕਿ ਸੰਸਾਰ ਦਾ ਰੂਹ ਬਦਲ ਗਿਆ ਹੈ। ਕੋਈ ਦੁੱਖ ਕਲੇਸ਼ ਨਹੀਂ ਹੈ, ਭੈ ਭਰਮ ਦਾ ਨਕਸ਼ਾ ਹੀ ਨਹੀਂ ਰਿਹਾ, ਸੁੱਖ ਹੀ ਸੁੱਖ ਹੈ ਚਾਰੇ ਪਾਸੇ। ਆ ਜਿਨ੍ਹਾਂ ਚਰਨਾਂ ਦੇ ਛੋਹਣ ਨੇ ਇਹ ਰੰਗ ਪਲਟ ਦਿੱਤਾ, ਹੁਣ ਬੇਬਸ ਉਹਨਾਂ ਉੱਤੇ ਮਸਤਕ ਲਾਉਂਦੀ ਹੈ। ਨੇਤਰਾਂ ਨਾਲ ਉਹਨਾਂ ਨੂੰ ਘੁੱਟਦੀ ਹੈ ਤੇ ਸਦਕੇ ਹੋ ਵੇਖਦੀ ਏ ਕਿ ਸਾਰੇ ਸੰਸਾਰ ਦਾ ਕੇਂਦਰ ਤੇ ਇਹੀ ਹੈ। ਗੁਰੂ ਨਾਨਕ ਹੀ ਹੈ ਸਾਰੇ ਸੰਸਾਰ ਦਾ ਕੇਂਦਰ। ਤੇ ਸਾਰੇ ਸੰਸਾਰ ਦਾ ਕੇਂਦਰ ਹੋਰ ਕੋਈ ਨਹੀਂ, ਗੁਰੂ ਨਾਨਕ ਹੀ ਹੈ। ਸਮਝ ਆ ਗਈ ਉਹਨੂੰ। ਬਿਹਬਲ ਹੋਈ ਚਰਨਾਂ ਨੂੰ ਚੁੰਮਦੀ ਏ ਤਾਂ ਨੇਤਰ ਇੱਕ ਗੇੜ ਖਾ ਕੇ ਇੱਕ ਕੁਪਾਹੀ ਰੰਗ ਦੇ ਤ੍ਰਿਖੇ ਪਰ ਠੰਡੇ ਚਾਨਣੇ ਵਿੱਚ ਜਾ ਖੁੱਲਦੇ ਨੇ। ਹੁਣ ਕੀ ਵੇਖਦੀ ਏ? ਧਿਆਨ ਨਾਲ ਸੁਣਿਓ, ਕੀ ਵੇਖ ਰਹੀ ਏ? ਕਿ ਸਤਿਗੁਰੂ ਦੇ ਪਿਆਰੇ ਸਿੱਖ ਮਨਸੁਖ ਦਾ ਜਹਾਜ਼ ਸੰਗਲਾ ਦੀਪ ਦੇ ਲਾਗੇ ਡੁੱਬਣ ਲੱਗਾ ਹੈ। ਸਮਾਧੀ ਲੱਗ ਗਈ ਨਾ ਉੱਥੇ, ਤੇ ਸਮਾਧੀ ਲਾਗੀ ਵਿੱਚ ਨਜ਼ਰ ਕੀ ਆਇਆ? ਭਾਈ ਮਨਸੁਖ ਜੀ ਦਾ ਇਤਿਹਾਸ ਆਪਾਂ ਪਿੱਛੇ ਪੜ੍ਹਿਆ, ਜਿਹੜਾ ਲਾਹੌਰ ਦਾ ਰਹਿਣ ਵਾਲਾ ਵਪਾਰੀ ਸੀ। ਭਾਈ ਭਗੀਰਥ ਜਿਹਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੈ ਗਿਆ, ਇਹ ਬੜਾ ਵੱਡਾ ਵਪਾਰੀ ਸੀ ਭਾਈ ਮਨਸੁਖ। ਇਹਦੇ ਜਹਾਜ਼ ਚੱਲਦੇ ਸਨ। ਇਹਦਾ ਵਪਾਰ ਸ਼੍ਰੀਲੰਕਾ ਤੱਕ, ਸੰਗਲਾ ਦੀਪ ਤੱਕ ਸੀ। ਤੇ ਜਦੋਂ ਇਹ ਘਟਨਾ ਵਾਪਰੀ ਨਾ, ਉਦੋਂ ਇਹ ਸੰਗਲਾ ਦੀਪ ਸ਼੍ਰੀਲੰਕਾ ਵਪਾਰ ਕਰਨ ਵਾਸਤੇ ਜਹਾਜ਼ ਵਿੱਚ ਸਮਾਨ ਰਸਦਾਂ ਰੱਖ ਕੇ ਲੈ ਕੇ ਜਾ ਰਿਹਾ ਸੀ। ਇਹਨੇ ਕੀ ਵੇਖਿਆ ਕਿ ਸਤਿਗੁਰੂ ਦੇ ਪਿਆਰੇ ਸਿੱਖ ਮਨਸੁਖ ਦਾ ਜਹਾਜ਼ ਸੰਗਲਾ ਦੀਪ ਦੇ ਲਾਗੇ ਡੁੱਬਣ ਲੱਗਾ। ਹੁਣ ਜਦੋਂ ਜਹਾਜ਼ ਡੁੱਬਣ ਲੱਗਾ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਇੱਕ ਮਨ ਹੋ ਕੇ ਬੇਨਤੀ ਕਰ ਰਿਹਾ ਹੈ ਕਿ ਸੱਚੇ ਪਾਤਸ਼ਾਹ, ਹੁਣ ਤੁਸੀਂ ਉਹ ਬਚਾਉਣ ਵਾਲੇ, ਤੁਸੀਂ ਉਹ ਰੱਖਿਆ ਕਰਨ ਵਾਲੇ। ਤੇ ਗੁਰੂ ਜੀ ਆਪ ਪਹੁੰਚ ਕੇ ਉਹਦੀ ਸਹਾਇਤਾ ਕਰ ਰਹੇ ਨੇ ਉੱਥੇ। ਇਹ ਸਭ ਕੁਝ ਮਤਲਬ ਉੱਥੇ ਬੈਠੀ ਇਹਦੀ ਸਮਾਧੀ ਲੱਗ ਗਈ ਤੇ ਸਭ ਕੁਝ ਨਜ਼ਰ ਆ ਰਿਹਾ ਹੈ ਵੀ ਗੁਰੂ ਸਾਹਿਬ ਦਾ ਸਰੀਰ ਜਿਹੜਾ ਹੈ ਉਹ ਇੱਥੇ ਸੁੱਤਾ ਪਿਆ ਹੈ, ਪਰ ਗੁਰੂ ਸਾਹਿਬ ਇਸ ਸਰੀਰ ਤੋਂ ਬਾਹਰ ਕੋਹਾਂ, ਸੈਂਕੜੇ ਕੋਹਾਂ ਦੂਰ ਸ਼੍ਰੀਲੰਕਾ ਦੇ ਬਿਲਕੁਲ ਨੇੜੇ ਭਾਈ ਮਨਸੁਖ ਜੀ ਦਾ ਜਹਾਜ਼ ਡੁੱਬ ਰਿਹਾ ਹੈ ਤੇ ਜਿਹੜਾ ਅਰਦਾਸਾਂ ਕਰ ਰਿਹਾ ਗੁਰੂ ਸਾਹਿਬ ਦੇ ਅੱਗੇ, ਉਹਦਾ ਜਹਾਜ਼ ਜਿਹੜਾ ਉਹ ਪਾਰ ਲਾ ਰਹੇ ਨੇ ਪਾਤਸ਼ਾਹ। ਇੰਨੇ ਚਿਰ ਨੂੰ ਦੇਖਦੀ ਹੈ ਕਿ ਜਹਾਜ਼ ਜਿਹੜਾ ਉਹ ਖਤਰੇ ਤੋਂ ਪਾਰ ਹੋ ਜਾਂਦਾ ਹੈ। ਤੁਲਸਾ ਇਹ ਦਾਸਾਂ ਨਾਲ ਪਿਆਰ ਦੇ ਬਿਰਧ ਦਾ ਕੌਤਕ ਤੱਕ ਹੀ ਰਹੀ ਸੀ ਕਿ ਅੰਦਰੋਂ ਆਵਾਜ਼ ਆਈ, ਨਹੀਂ ਤੁਲਸਾ ਬੀਬੀ ਛੇਤੀ ਲਾਲ ਜੀ ਨੂੰ ਜਗਾ ਲਿਆ, ਤੂੰ ਤੇ ਆਪ ਅੰਦਰ ਜਾ ਕੇ ਬਹਿ ਗਈ। ਬਾਹਰੋਂ ਫਿਰ ਆਵਾਜ਼ ਆਈ। ਤੁਲਸਾ ਇਸ ਮੌਜ ਵਿੱਚੋਂ ਅਣਚਾਹੇ ਉੱਠੀ। ਉਹਦਾ ਦਿਲ ਨਹੀਂ ਕਰਦਾ ਸੀ, ਚਾਹਨਾ ਨਹੀਂ ਸੀ, ਉੱਠੀ। ਉਹ ਅੰਦਰ ਗਈ ਤਾਂ ਮਾਤਾ ਜੀ ਨੇ ਪੁੱਛਿਆ, ਲਾਲ ਜੀ ਉੱਠੇ ਨੇ ਕਿ ਨਹੀਂ? ਤੁਲਸਾ ਨੇ ਅੱਗੋਂ ਆਖਿਆ, ਮਾਤਾ ਜੀ ਲਾਲ ਜੀ ਨਾ ਆਖੋ, ਸ੍ਰਿਸ਼ਟੀ ਦੇ ਮਾਲਕ ਜੀ ਆਖੋ। ਉਹ ਕੋਈ ਸੁੱਤੇ ਤਾਂ ਨਹੀਂ ਹੋਏ ਜੋ ਮੈਂ ਜਗਾ ਸਕਾਂ ਮਾਂ, ਉਹ ਤਾਂ ਮਨਸੁਖ ਦਾ ਡੁੱਬਦਾ ਜਹਾਜ਼ ਪਏ ਪਾਰ ਕਰਦੇ ਨੇ। ਮੈਂ ਵੇਖਿਆ ਹੁਣੇ ਮਨਸੁਖ ਦਾ ਜਹਾਜ਼ ਡੁੱਬ ਰਿਹਾ ਸੀ ਜਿਹਨੂੰ ਪਾਰ ਕਰ ਰਹੇ ਨੇ, ਤੇ ਮੇਰਾ ਤੇ ਹਿਆ ਹੀ ਨਹੀਂ ਪਿਆ ਕਿ ਮੈਂ ਉਹਨਾਂ ਨੂੰ ਜਗਾ ਲਿਆ। ਮਾਤਾ ਨੇ ਅੱਗੋਂ ਆਖਿਆ, ਅੱਛਾ ਬੱਚੀ, ਕੌਣ ਹੱਸੀ ਨੇ ਗਏ ਹੱਥਾਂ ਦੇ ਜਾਏ, ਇਹ ਵੀ ਦਿਨ ਆਉਣੇ ਸਨ, ਤੂੰ ਵੀ ਸਾਨੂੰ ਮਖੌਲ ਕਰਨੇ ਸਨ। ਮਾਤਾ ਤ੍ਰਿਪਤਾ ਦੇ ਮਨ ਵਿੱਚ ਆਇਆ ਵੀ ਸ਼ਾਇਦ ਤੁਲਸਾ ਸਾਨੂੰ ਮਖੌਲ ਕਰਦੀ ਪਈ। ਕਹਿੰਦੀ, ਇਹ ਵੀ ਦਿਨ ਆਉਣੇ ਸਨ ਤੁਲਸਾ, ਲੋਕ ਤੇ ਸਾਨੂੰ ਮਖੌਲ ਕਰਦੇ ਨੇ ਨਾਨਕ ਲਈ, ਹੁਣ ਤੂੰ ਵੀ ਸਾਨੂੰ ਮਖੌਲ ਕਰਦੀ ਪਈ ਹੈ। ਇਹ ਕਹਿ ਕੇ ਮਾਤਾ ਆਪ ਗਈ ਤੇ ਇਧਰ ਚੌਂਕੇ ਵਿੱਚ ਬੇਬੇ ਨਾਨਕੀ ਆ ਬੈਠੀ। ਬੇਬੇ ਨਾਨਕੀ ਨੇ ਆਖਿਆ, ਤੁਲਸਾ ਤੂੰ ਭਾਰੀ ਭੁੱਲ ਕੀਤੀ ਏ। ਜੇ ਵਾਹਿਗੁਰੂ ਦੇ ਭੇਦਾਂ ਵਿੱਚੋਂ ਕਿਣਕਾ ਮਿਲ ਜਾਏ ਨਾ ਤਾਂ ਇਸ ਤਰ੍ਹਾਂ ਪ੍ਰਗਟ ਨਹੀਂ ਕਰੀਦਾ। ਪਰਮੇਸ਼ਵਰ ਦੇ ਪਿਆਰਿਆਂ ਨੂੰ ਕੌਣ ਪਛਾਣਦਾ ਹੈ? ਸਾਰਾ ਸੰਸਾਰ ਸਦਾ ਤੋਂ ਰੱਬ ਪਿਆਰਿਆਂ ਨੂੰ ਮਖੌਲ ਕਰਦਾ ਹੈ ਤੇ ਪਿੱਛੋਂ ਉਹਨਾਂ ਦੇ ਜਾਣ ਦੇ ਪਿੱਛੋਂ ਫਿਰ ਸੰਸਾਰ ਪਛਤਾਉਂਦਾ ਹੈ। ਇਹ ਗੱਲ ਜ਼ਰੂਰ ਹੈ, ਪਰ ਜਿਉਂਦੇ ਜੀ ਹਰ ਸਮੇਂ ਬੇਕਦਰੀ ਹੀ ਰਹੀ ਹੈ। ਜਦ ਪਰਮੇਸ਼ਰ ਦੀ ਜਾਂ ਪਰਮੇਸ਼ਰ ਦੇ ਪਿਆਰਿਆਂ ਦੀ ਕਰਨੀ ਦੀ ਕੀਰਤ ਬੇਵਿਚਾਰੇ ਕਰੋ
ਤਾਂ ਨਿੰਦਾ ਹੁੰਦੀ ਹੈ। ਇਸ ਕਰਕੇ ਪਿਆਰ ਨਹੀਂ ਹੁੰਦਾ, ਸਗੋਂ ਆਪ ਨਿੰਦਾ ਕਰਵਾਈ ਦੀ ਹੈ। ਬੀਬੀ ਜੀਵ ਨੂੰ ਜੰਦਰਾ ਮਾਰ ਤੇ ਅੰਦਰ ਸੁੱਖ ਲੈ ਤੁਲਸਾਂ। ਜੋ ਤੂੰ ਵੇਖਿਆ ਹੈ ਨਾ, ਆਪਣੀ ਜੀਵ ਨੂੰ ਜੰਦਰਾ ਮਾਰ ਲੈ, ਅੰਦਰਲੇ ਸੁੱਖ ਮਾਣ ਕਿਸੇ ਨੂੰ ਦੱਸਣਾ ਨਹੀਂ। ਕਿਸੇ ਨੂੰ ਨਹੀਂ ਦੱਸਣਾ ਕਿ ਨਾਨਕ ਕੌਣ ਹੈ, ਤੂੰ ਕੀ ਵੇਖਿਆ। ਕਿਸੇ ਦੇ ਨਾਲ ਇਸ ਬਾਰੇ ਆਖਦੇ ਨੇ, ਤੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਨਹੀਂ ਕਰਨੀ। ਇਹਨਾਂ ਨੂੰ ਆਖਦੇ ਨੇ ਮਾਤਾ ਤ੍ਰਿਪਤਾ ਕੌਤਕ ਹਾਰ ਸਤਿਗੁਰੂ ਜੀ ਨੂੰ ਆਪ ਜਗਾ ਲਿਆਈ, ਆ ਕੇ ਪ੍ਰਸ਼ਾਦਾ ਛਕਾਇਆ ਤੇ ਪਿੱਛੋਂ ਕਹਿਣ ਲੱਗੀ, ਦੇਖ ਲਾਲ, ਜੇ ਤੂੰ ਫਕੀਰਾਂ ਵਾਂਗੂ ਬੌਰਾਨਿਆਂ ਨਾ ਫਿਰੇ, ਕੋਈ ਕੰਮ ਕਾਜ ਕਰੇ, ਸੋਹਣਾ ਪਰੈ ਪੰਚਾਇਤ ਵਿੱਚ ਬੈਠੇ ਤੇ ਸਾਨੂੰ ਲੋਕ ਜਿਹੜੇ ਨੇ ਮਖੌਲ ਤੇ ਟਿਚਰਾ ਨਾ ਕਰਨਾ। ਅੱਗੇ ਤਾਂ ਬਾਹਰ ਦੇ ਹੱਸਦੇ ਸਨ, ਹੁਣ ਤੇ ਘਰ ਦੇ ਨੌਕਰ ਵੀ ਪਏ ਠੱਠੇ ਕਰਦੇ ਨੇ, ਮਖੌਲ ਕਰਦੇ ਨੇ ਕਿ ਨਾਨਕ ਏਦਾਂ ਹੈ। ਸਤਿਗੁਰੂ ਜੀ ਨੇ ਕਿਹਾ, ਮਾਤਾ ਜੀ ਕਿਸ ਨੇ ਆਪ ਨੂੰ ਕੋਈ ਬੇਅਦਬੀ ਦਾ ਵਾਕ ਬੋਲਿਆ ਹੈ, ਦੱਸੋ ਮੈਨੂੰ। ਮਾਤਾ ਨੇ ਆਖਿਆ, ਆ ਵੇਖ ਤੁਲਸਾਂ, ਅੱਜ ਆਖਦੀ ਸੀ ਕਿ ਮੈਂ ਕਿਸ ਨੂੰ ਜਗਾਵਾਂ, ਲਾਲ ਤਾਂ ਸਮੁੰਦਰਾਂ ਵਿੱਚ ਜਹਾਜ਼ ਪਿਆ ਤਾਰਦਾ ਹੈ। ਗੁਰੂ ਸਾਹਿਬ ਨੇ ਆਖਿਆ, ਮਾਤਾ ਜੀ ਤੁਸੀਂ ਦੁੱਖ ਨਾ ਕਰੋ, ਤੁਲਸਾਂ ਦਾ ਕੀ ਹੈ, ਤੇ ਕਮਲੀ ਹੈ। ਸੁਣਿਓ, ਸੱਚੇ ਬਾਦਸ਼ਾਹ ਕਹਿੰਦੇ, ਮਾਤਾ ਐਵੇਂ ਫਿਕਰ ਨਾ ਕਰ, ਤੁਲਸਾਂ ਦਾ ਕੀ ਹੈ ਤੇ ਕਮਲੀ ਹੈ, ਕਮਲਿਆਂ ਦਾ ਕੀ ਗੁੱਸਾ। ਇਹ ਕਹਿਣਾ ਹੀ ਸੀ ਕਿ ਬੇਬੇ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ, ਜ਼ਮੀਨ ਅਸਮਾਨ ਚੱਕਰ ਖਾ ਗਏ। ਹਾਂ ਕਰਕੇ ਹਵਾ ਖਾਧਾ ਪਰ ਫਿਰ ਸੰਭਲੀ, ਜ਼ੁਬਾਨ ਰੁਕੀ, ਚੁਫੇਰੇ ਤੱਕੀ ਤੇ ਤੁਲਸਾਂ ਸੱਚਮੁੱਚ ਇੰਨੀ ਦੇਰ ਨੂੰ ਕਮਲੀ ਹੋ ਗਈ। ਇੱਕੋ ਪਲ ਦੇ ਅੰਦਰ ਹੀ। ਅਗਲੇ ਭਲਕ ਜਦ ਸ੍ਰੀ ਗੁਰੂ ਜੀ ਇਕਾਂਤ ਬੈਠੇ ਸੀ ਤੇ ਤਰਸਦੀ ਖਾਨ ਬੇਬੇ ਨੇ ਜਾ ਕੇ ਬੇਨਤੀ ਕੀਤੀ, ਹੈ ਵੀਰ, ਹੈ ਜੋਤ ਨਿਰੰਜਨੀ, ਤੁਲਸਾਂ ਤੇ ਮਿਹਰ ਕਰ। ਸਤਿਗੁਰੂ ਜੀ ਬੋਲੇ, ਬੇਬੇ ਫਿਕਰ ਨਾ ਕਰੋ, ਤੁਲਸਾਂ ਦਾ ਕੁਛ ਨਹੀਂ ਵਿਗੜਦਾ। ਉਹ ਸਾਈਂ ਨੂੰ ਸਿਮਰੇਗੀ ਵੀ ਹੁਣ ਤੇ ਪਚਾਏਗੀ ਵੀ ਹੁਣ, ਅਜ਼ਰ ਨੂੰ ਜਰੇਗੀ, ਕਮਲ ਇੰਨਾ ਹੀ ਰਹੇਗਾ। ਜੋ ਪ੍ਰਾਪਤ ਵਸਤੂ ਨੂੰ ਭੰਡੇਗੀ ਨਹੀਂ, ਹੋਰ ਕਿਸੇ ਗੱਲੋਂ ਕਮਲੀ ਨਹੀਂ ਹੋਏਗੀ। ਕਮਲਾ ਉਹ ਜੋ ਵਾਹਿਗੁਰੂ ਦੇ ਪਿਆਰ ਵਿੱਚ ਬੋਲ ਨਾ ਸਕੇ। ਤੁਲਸਾਂ ਨੂੰ ਹਾਜ਼ਮੇ ਦਾ ਚੂਰਨ ਮਿਲਿਆ ਹੈ, ਅੰਦਰਲੇ ਸੁੱਖ ਨੂੰ ਜਿਉਰੇਗੀ ਤੇ ਜਰੇਗੀ। ਜੋਤ ਨਿਰੰਜਨੀ ਨੂੰ ਪਹਿਲੀ ਪਛਾਣਨ ਹਾਰ ਬੇਬੇ ਨੇ ਸ਼ੁਕਰ ਕੀਤਾ ਤੇ ਤੁਲਸਾਂ ਦੇ ਦਿਨ ਆਤਮ ਸੁੱਖ ਵਿੱਚ ਲੰਘੇ। ਇੱਥੋਂ ਕੁਝ ਦਿਨ ਤਲਵੰਡੀ ਰਹਿ ਕੇ ਗੁਰੂ ਜੀ ਫਿਰ ਸੈਦਪੁਰ ਸੰਡਿਆਲੀ, ਜਿਹਦਾ ਨਾਮ ਹੁਣ ਐਮਨਾਬਾਦ ਦੇ ਲਾਲੋ ਦੇ ਘਰ ਚਲੇ ਗਏ ਸਨ। ਕਹਿੰਦੇ 5 ਦਿਨ ਉੱਥੇ ਫਿਰ ਰਹਿ ਕੇ ਉੱਥੋਂ ਚੱਲ ਪਏ। ਇਹਨਾਂ ਲੇਖਕਾਂ ਨੇ ਰਸਤੇ ਦੇ ਹਾਲ ਨਹੀਂ ਕਈਆਂ ਨੇ ਦਿੱਤੇ। ਪੁਰਾਤਨ ਜਨਮ ਸਾਖੀ ਨੇ ਸੁਲਤਾਨਪੁਰੋਂ ਤਦ ਬਾਬਾ ਜੀ ਉਜੜ ਕੋ ਚੱਲੇ ਲਿਖਿਆ ਹੈ, ਤੇ ਅੱਗੇ ਉੱਪਲ ਖੱਤਰੀਆਂ ਦੇ ਘਰ ਵਾਲੀ ਨਗਰੀ ਦਾ ਤੇ ਸੱਜਣ ਠੰਗ ਦਾ ਪ੍ਰਸੰਗ ਦਿੱਤਾ ਹੈ। ਭਾਈ ਸਾਹਿਬ ਕਹਿੰਦੇ ਇਉਂ ਜਾਪਦਾ ਏ ਕਿ ਗੁਰੂ ਜੀ ਸੈਦਪੁਰ ਜ਼ਰੂਰ ਗਏ ਨੇ, ਉੱਥੇ ਨਿਸ਼ਾਨ, ਮੰਦਰ, ਰੋੜੀ ਸਾਹਿਬ ਤੇ ਲਾਲੋ ਦਾ ਕੋਠਾ ਹੁਣ ਤੱਕ ਮੌਜੂਦ ਹਨ। ਇਹ ਵੀ ਠੀਕ ਲੱਗਦਾ ਹੈ ਕਿ ਰਾਏ ਨੂੰ ਮਿਲਣ ਤਲਵੰਡੀ ਗਏ ਹੋਣ, ਕਿਉਂਕਿ ਉਹ ਬਿਰਧ ਸੀ ਤੇ ਉਸਦੀ ਕਲਿਆਣ ਸਤਿਗੁਰਾਂ ਦਾ ਪਰਮ ਪਿਆਰਾ ਮੰਤਵ ਸੀ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਸਾਹਿਬ ਦਾ ਦੋਹੀ ਥਾਈਂ ਜਾਣਾ ਲਿਖਿਆ ਹੈ, ਦੋਵੇਂ ਥਾਵੇਂ। ਉਥੋਂ ਉਰਾਰ ਆਏ ਦੱਖਣ ਨੂੰ ਤੁਰ ਪਏ ਹਨ ਤੇ ਉਜਾੜ ਚੱਲ ਪਏ ਹਨ। ਇਹ ਲਾਹੌਰੋਂ ਦੱਖਣ ਨੂੰ ਬਾਰ ਵਿੱਚ ਦੀ ਸਫ਼ਰ ਕਰਨ ਤੋਂ ਮੁਰਾਦ ਹੈ। ਇੱਕ ਬਸਤੀ ਕੋਲ ਨਗਰੋਂ ਬਾਹਰ ਡੇਰਾ ਕਰਦੇ ਨੇ ਤੇ ਮਰਦਾਨੇ ਨੂੰ ਕਹਿੰਦੇ ਨੇ ਕਿ ਜਾ ਨਗਰੀ ਵਿੱਚ ਉੱਪਲ ਖੱਤਰੀਆਂ ਦਾ ਘਰ ਹੈ, ਉੱਥੇ ਜਾ ਖੜ, ਤੈਨੂੰ ਭੋਜਨ ਆਦਿ ਸਭ ਕੁਝ ਮਿਲੇਗਾ। ਭਾਈ ਸਾਹਿਬ ਕਹਿੰਦੇ ਹੜੱਪੇ ਦੇ ਗੁਰਦੁਆਰੇ ਜਾ ਖੜੋਈਏ ਤੇ ਜਾਪਦਾ ਹੈ ਕਿ ਉਜਾੜਾਂ ਲੰਘ ਕੇ ਵਸਤੀ ਸੋਹਣੀ ਉਸ ਸਮੇਂ ਇਹੋ ਸੀ। ਸ਼ਹਿਰੋਂ ਬਾਹਰ ਗੁਰਦੁਆਰਾ ਹੈ ਜੋ ਹੁਣ ਇੱਕ ਪ੍ਰੇਮੀ ਸਿੰਘ ਦੇ ਉਦਮ ਨਾਲ ਬੜਾ ਸੋਹਣਾ ਬਣਿਆ ਹੈ। ਇੱਥੇ ਆਪ ਟਿਕੇ ਤੇ ਮਰਦਾਨਾ ਸ਼ਹਿਰ ਵਿੱਚ ਉਪਲਾਂ ਦੇ ਘਰ ਜਾ ਖੜੋਤਾ। ਇਹ ਪ੍ਰਸੰਗ ਅੱਗੇ ਬਹੁਤ ਆਉਂਦਾ ਹੈ। ਇੱਥੋਂ ਇਸ ਟਿਕਾਣਿਓਂ ਟੁਰ ਕੇ ਗੁਰੂ ਜੀ ਸੱਜਣ ਦੇ ਘਰ ਜਾਂਦੇ ਨੇ, ਤੇ ਜਿਹਦੀ ਸਾਖੀ ਅੱਗੇ ਹੁਣ ਆਉਣੀ ਹੈ। ਸੱਜਣ ਠੱਗ, ਠੱਗੈ ਛੇਤੀ ਠੱਗ ਰਲ ਆਇਆ, ਸਾਥ ਵੀ ਇੱਕੋ ਜਿਹਾ। ਜਦ ਸ੍ਰੀ ਗੁਰੂ ਬਾਬਾ ਸਤਿਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਉਧਾਰਨ ਲਈ ਟੁਰ ਪਏ ਤੇ ਪਹਿਲੇ ਉਜਾੜਾਂ ਦਾ ਰੁਖ ਕੀਤਾ ਗੁਰੂ ਸਾਹਿਬ ਨੇ। ਬਨੋ ਬਨ ਜਾਣ, ਵਸਤੀ ਆਵੇ ਤਾਂ ਵਿੱਚ ਵੜਨਾ ਨਾ।
ਕਹਿਣ ਦਾ ਭਾਵ ਹੈ ਕਿ ਜੰਗਲ ਜੰਗਲ ਜਾਣ ਮੇਰੇ ਪਾਤਸ਼ਾਹ, ਬਣੋ ਬਣ ਜਾਣ, ਜੰਗਲ ਜੰਗਲ। ਤੇ ਜੇ ਕੋਈ ਵਸਤੀ ਅੱਗੇ ਆ ਜਾਵੇ ਨਾ, ਤੇ ਭਾਈ ਸਾਹਿਬ ਜੀ ਆਖਦੇ ਨੇ ਕੋਈ ਸ਼ਹਿਰ ਆ ਜਾਵੇ, ਕੋਈ ਪਿੰਡ ਆ ਜਾਵੇ, ਨਗਰ ਆ ਜਾਵੇ, ਕੁਝ ਗ੍ਰਾਮ, ਕੁਝ ਘਰ ਦਿਸਣ, ਤੇ ਗੁਰੂ ਸਾਹਿਬ ਉਹਦੇ ਤੋਂ ਪਾਸੇ ਪਾਸੇ ਹੀ ਲੰਘ ਜਾਂਦੇ ਸਨ। ਇਹ ਸ਼ੁਰੂ ਦੇ ਦਿਨਾਂ ਦੀਆਂ ਗੱਲਾਂ ਨੇ। ਇੱਕ ਦਿਹਾੜੇ ਇੱਕ ਵਸਤੀ ਆਈ ਤੇ ਮਰਦਾਨੇ ਨੂੰ ਆਪ ਨੇ ਪੁੱਛਿਆ, ਮਰਦਾਨਿਆਂ ਭੁੱਖ ਲੱਗੀ ਹੈ? ਤੇ ਮਰਦਾਨੇ ਨੇ ਆਖਿਆ, ਪਾਤਸ਼ਾਹ ਤੁਸੀਂ ਜਾਣੀ ਜਾਣੋ। ਗੁਰੂ ਸਾਹਿਬ ਜੀ ਅੱਗੋਂ ਬੋਲੇ, ਜਾ ਮਰਦਾਨਿਆਂ, ਵਸਤੀ ਵਿੱਚ ਜਾ ਵੜ ਤੇ ਰੋਟੀ ਖਾਓ। ਮਰਦਾਨੇ ਆਖਿਆ, ਜੀਓ ਜੀ, ਮੈਨੂੰ ਤਾਂ ਨਗਰੀ ਵਿੱਚ ਕੋਈ ਜਾਣਦਾ ਨਹੀਂ, ਤੇ ਰੋਟੀ ਬਿਨਾਂ ਮੰਗੇ ਕੌਣ ਦੇਵੇਗਾ ਮੈਨੂੰ? ਆਖੋ ਤੇ ਮੰਗ ਕੇ ਖਾਵਾਂ। ਪਾਤਸ਼ਾਹ ਮੈਨੂੰ ਕਿਹੜਾ ਕੋਈ ਜਾਣਦਾ ਹੈ, ਮੇਰਾ ਕਿਹੜਾ ਕੋਈ ਰਿਸ਼ਤੇਦਾਰ ਇੱਥੇ ਰਹਿੰਦਾ ਜਿਹਦੇ ਘਰ ਬਣਾ ਆਖਾਂ ਵੀ ਲੈ ਵੀ ਲਿਆਓ ਰੋਟੀ ਖਵਾਓ, ਮੈਂ ਰੋਟੀ ਖਾਣੀ। ਜੇ ਤੁਸੀਂ ਕਹੋ ਤੇ ਰੋਟੀ ਮੰਗ ਕੇ ਮੈਂ ਜ਼ਰੂਰ ਖਾ ਲੈਣਾ, ਕਿਉਂਕਿ ਮੰਗਿਆ ਤੇ ਮੈਨੂੰ ਕੁਝ ਨਾ ਕੁਝ ਸੱਚੇ ਪਾਤਸ਼ਾਹ ਮਿਲ ਜਾਊਗਾ। ਗੁਰੂ ਜੀ ਨੇ ਅੱਗੋਂ ਆਖਿਆ, ਸ਼ਬਦ ਦੇ ਗਾਵਨ ਆ ਰਿਹਾ, ਤੈਨੂੰ ਮੰਗਣ ਦੀ ਕੀ ਲੋੜ ਹੈ? ਤੂੰ ਜਾ, ਇਸ ਨਗਰ ਦੇ ਅੰਦਰ ਉੱਪਲ ਖੱਤਰੀਆਂ ਦਾ ਘਰ ਹੈ। ਕੁਝ ਇਤਿਹਾਸਕਾਰਾਂ ਨੇ ਇਹ ਹੜੱਪਾ ਜਿਹੜਾ ਹੈ ਨਾ, ਹੜੱਪਾ ਸੱਭਿਅਤਾ ਜਿਹੜੀ ਹੋਈ ਹੈ, ਜਿਹਦੇ ਨਿਸ਼ਾਨ ਹੁਣ ਮੌਜੂਦਾ ਪਾਕਿਸਤਾਨ ਵਿੱਚ ਹੈ, ਹੜੱਪਾ ਸੱਭਿਅਤਾ। ਤੇ ਕਈਆਂ ਨੇ ਆਖਿਆ ਇਹ ਹੜੱਪਾ ਦੇ ਬਿਲਕੁਲ ਹੀ ਨਾਲ ਇਹ ਨਗਰ ਵਸਿਆ ਸੀ। ਹੜੱਪਾ ਸੱਭਿਅਤਾ ਬਹੁਤ ਪੁਰਾਣੀ, ਇਹਦੇ ਅਵਸ਼ੇਸ਼ ਅੱਜ ਵੀ ਮਿਲਦੇ ਨੇ। ਸੱਚੇ ਪਾਤਸ਼ਾਹ ਕਹਿੰਦੇ, ਜਾ ਨਗਰ ਵਿੱਚ ਉੱਪਲ ਖੱਤਰੀ ਨੇ, ਉਹਨਾਂ ਦੇ ਘਰ ਜਾਈ, ਉੱਥੇ ਜਾ ਕੇ ਖੜਾ ਹੋ ਜਾਈ, ਚੁਪਾਤਾ ਹੀ ਰਹੀ, ਚੁੱਪ ਹੀ ਰਹੀ। ਉਹ ਲੋਕ ਰੋਟੀ ਖਾਂਦੇ ਹੋਣਗੇ, ਤੈਨੂੰ ਜਾਂਦੇ ਸਾਰ ਦੇਖ ਕੇ ਖਿੜਨਗੇ, ਖੁਸ਼ ਹੋ ਜਾਣਗੇ। ਸਾਰੀ ਨਗਰੀ ਤੇਰੇ ਮਗਰ ਮਗਰ ਉਲਟ ਪਏਗੀ, ਹਿੰਦੂ ਮੁਸਲਮ ਸਭ ਤੇਰੀ ਪੈਰੀ ਪੈਣਗੇ। 36 ਪ੍ਰਕਾਰ ਦੇ ਭੋਜਨ ਲਿਆ ਲਿਆ ਤੇਰੇ ਅੱਗੇ ਧਰਨਗੇ, ਕੋਈ ਬਸਤਰ ਵੀ ਲਿਆ ਭੇਟ ਧਰੇਗਾ। ਜੋ ਤੇਰੇ ਮੂੰਹ ਲੱਗੇਗਾ, ਜੀ ਵਿੱਚ ਕਹੇਗਾ, ਇੱਥੇ ਸਰਬੰਸ ਲਿਆ ਅੱਗੇ ਧਰਾਂ। ਤੇਰੇ ਦਰਸ਼ਨਾਂ ਤੋਂ ਸਦਕੇ ਹੋ ਆਖਣਗੇ, ਵਾਹ ਵਾਹ ਸਾਈਂ ਦਿਆ ਸੋਹਣਿਆ, ਜਿੱਥੋਂ ਨਿਹਾਲ ਹੋ ਰਹੇ ਆ। ਪਰ ਮਰਦਾਨਿਆਂ, ਕਈ ਐਸੇ ਵੀ ਹੋਣਗੇ ਜੋ ਤੇਰੀ ਕੋਈ ਪਰਵਾਹ ਹੀ ਨਹੀਂ ਕਰਨਗੇ, ਜੋ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ। ਗੁਰੂ ਸਾਹਿਬ ਨੇ ਆਖਿਆ, ਵੇਖੋ, ਕਹਿੰਦੇ ਮਰਦਾਨਿਆਂ ਜਾ, ਚਲਾ ਜਾ, ਉੱਪਲ ਖੱਤਰੀਆਂ ਦੇ ਬੂਹੇ ਅੱਗੇ ਖੜ ਜਾਈ, ਉਹ ਪ੍ਰਸ਼ਾਦਾ ਛਕਣਗੇ, ਤੈਨੂੰ ਵੇਖ ਕੇ ਬੜੇ ਖੁਸ਼ ਹੋਣਗੇ, ਤੇ ਸਾਰਾ ਨਗਰ ਤੇਰੇ ਮਗਰ ਮਗਰ ਦੌੜਦਾ ਆਏਗਾ, ਤੇਰੇ ਅੱਗੇ ਪਿਟਾਵਾਂ ਰੱਖਣਗੇ, ਸਭ ਕੁਝ ਰੱਖਣਗੇ। ਇਹ ਬਚਨ ਸੁਣ ਕੇ ਮਰਦਾਨਾ ਨਗਰੀ ਵਿੱਚ ਗਿਆ। ਬਚਨ ਗੁਰੂ ਗੁਰਪੂਰੇ ਨੇ ਜੋ ਆਖਿਆ ਸੀ, ਸੋ ਅੱਖਰ ਅੱਖਰ ਸੱਚ ਹੋਇਆ। ਸਾਰਾ ਸ਼ਹਿਰ ਆ ਪਿਆ ਪੈਰੀ, ਭੋਜਨ, ਰੁਪਈਏ, ਵਸਤਰ ਬਥੇਰੇ ਆਏ। ਲੋਕਾਂ ਨੇ ਬਹੁਤ ਆਦਰ ਦਿੱਤਾ ਤੇ ਸੇਵਾ ਕੀਤੀ। ਮਰਦਾਨਾ ਆਪਣੀ ਸੇਵਾ ਪੂਜਾ ਵੇਖ ਵੇਖ ਕੇ ਬੜਾ ਖੁਸ਼ ਹੋਏ, ਫੁੱਲਿਆ ਜਾਮੇ ਨਾ ਸਮਾਵੇ। ਪਰ ਵਿੱਚ ਵਿੱਚ ਜਦ ਕੋਈ ਐਸਾ ਆਦਮੀ ਆਵੇ ਜੋ ਮਰਦਾਨੇ ਵੱਲ ਤੱਕੇ ਵੀ ਨਾ, ਤਾਂ ਉਸਦਾ ਦਿਲ ਕੁਛ ਉਦਾਸ ਵੀ ਹੋਵੇ। ਇਸ ਪ੍ਰਕਾਰ ਜਦ ਦੇਹੋਂ ਦਿਨ ਲੱਥਾ, ਤਾਂ ਮਰਦਾਨਾ ਰੁਪਈਏ ਕੱਪੜੇ ਬੰਨ ਕੇ, ਜੋ ਕੁਛ ਲੋਕਾਂ ਨੇ ਭੇਟ ਕੀਤਾ ਸੀ ਨਾ, ਤੇ ਮਰਦਾਨਾ ਉਹ ਰੁਪਈਏ, ਉਹ ਕੱਪੜੇ, ਸਭ ਕੁਝ ਬੰਨ ਕੇ, ਤੇ ਕਹਿੰਦੇ ਗੁਰੂ ਨਾਨਕ ਸਾਹਿਬ ਵੱਲ ਆ ਗਿਆ। ਮਰਦਾਨੇ ਦੇ ਚਿਹਰੇ ਦੀ ਖੁਸ਼ੀ, ਮਨ ਦਾ ਹੁਲਾਸ ਤੇ ਖੁਸ਼ੀਆਂ ਗੁਰੂ ਬਾਬੇ ਨੇ ਤੱਕੀਆਂ। ਫਿਰ ਵਸਤਰ ਰੇਸ਼ਮੀ ਸੂਤੀ ਤੱਕੇ, ਫਿਰ ਰੁਪਈਏ ਤੇ ਮੋਹਰਾਂ ਵੇਖੀਆਂ। ਜੋ ਕੁਝ ਮਰਦਾਨੇ ਨੂੰ ਮਿਲਿਆ ਸੀ ਸਾਰਾ ਕੁਝ ਨਾਲ ਲੈ ਕੇ ਆ ਗਿਆ। ਗੁਰੂ ਸਾਹਿਬ ਵੇਖਿਆ, ਮੁਸਕਰਾਏ ਤੇ ਹੱਸਣ ਲੱਗ ਪਏ। ਕਹਿੰਦੇ ਗੁਰੂ ਸਾਹਿਬ ਬੜੇ ਖੁਸ਼ ਹੋਏ, ਬੜੇ ਹੱਸੇ। ਇੱਥੇ ਆਖਣ, ਮਰਦਾਨਿਆਂ ਆ ਕੀ ਲੈ ਆਇਆ? ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ, ਇਹ ਤੇਰੇ ਬਚਨ ਦਾ ਪ੍ਰਤਾਪ ਏ, ਤੇਰੇ ਨਾਮ ਦਾ ਸਦਕਾ ਹੈ। ਸਾਰਾ ਸ਼ਹਿਰ ਮੇਰੀ ਸੇਵਾ ਨੂੰ ਆ ਟੁਕਿਆ। ਮੈਂ ਰੱਜ ਰੱਜ ਪਦਾਰਥ ਛਕੇ, ਇਹ ਰੁਪਈਏ ਕੱਪੜੇ ਆਪ ਜੀ ਵਾਸਤੇ ਲੈ ਕੇ ਆ ਗਿਆ। ਮੈਂ ਤੇ ਛਕ ਆਇਆ, ਇਹ ਤੁਹਾਡੇ ਵਾਸਤੇ ਸਾਰਾ ਕੁਝ ਲੈ ਆਇਆ। ਗੁਰੂ ਜੀ ਖੁਸ਼ ਹੋਏ, ਕਹਿੰਦੇ ਮਰਦਾਨਿਆਂ, ਭਲਾ ਕੀਤਾ ਜੋ ਲੈ ਆਇਆ ਏ, ਤੇਰਾ ਭਾਉ ਸੋਹਣਾ ਹੈ, ਪਰ ਇਹ ਜੋ ਕੁਝ ਤੂੰ ਲੈ ਕੇ ਆਏ, ਧਨ ਦੌਲਤ, ਕੱਪੜੇ, ਸਭ ਕੁਝ, ਸਾਡੇ ਤੇ ਕਿਸੇ ਕੰਮ ਦੇ ਹੀ ਨਹੀਂ। ਗੁਰੂ ਸਾਹਿਬ ਕਹਿੰਦੇ। ਮਰਦਾਨਾ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਜੇ ਕੰਮ ਦੇ ਨਹੀਂ ਤੇ ਕੀ ਕਰਾਂ, ਕੀ ਕਰਾਂ ਇਹਨਾਂ ਦਾ? ਸੱਚੇ ਪਾਤਸ਼ਾਹ ਕਹਿੰਦੇ, ਸੁੱਟ ਦੇ। ਮਰਦਾਨੇ ਨੇ ਇੱਕ ਵਾਰ ਸਤਿਗੁਰਾਂ ਦੇ ਖਿੜੇ ਮੱਥੇ ਵੱਲ ਤੱਕਿਆ, ਦੂਜੀ ਝਾਤ ਆਪਣੇ ਅੰਦਰ ਪਾਈ, ਫਿਰ ਨੂਰੀ ਮਸਤਕ ਤੱਕਿਆ, ਜਿਸ ਪੁਰੋਂ ਚਾਨਣ ਫੁਹਾਰ ਪੈ ਰਹੀ ਸੀ। ਤਾਂ ਮਰਦਾਨਾ ਪੰਡ ਚੱਕੀ ਤੇ ਦੂਰ ਜਾ ਕੇ ਮਰਦਾਨੇ ਨੇ ਸੁੱਟ ਦਿੱਤੀ।
ਇੱਕ ਵਾਰ ਵੀ ਮਰਦਾਨੇ ਨੇ ਨਹੀਂ ਆਖਿਆ ਪਾਤਸ਼ਾਹ ਰੱਖ ਲਈਏ, ਸੁੱਟ ਦਿੱਤੀ ਦੂਰ ਜਾ ਕੇ। ਫਿਰ ਕੋਲ ਆਇਆ, ਬੈਠਾ ਤੇ ਪੁੱਛਣ ਲੱਗਾ, ਸੱਚੇ ਪਾਤਸ਼ਾਹ ਆਪ ਸਦਾ ਨਿਰਲੇਪ ਰਹਿੰਦੇ ਹੋ, ਕਿਸੇ ਵਸਤੂ ਨੂੰ ਛੂੰਹਦੇ ਨਹੀਂ, ਲੋਕ ਖੁਸ਼ੀਆਂ ਨਾਲ ਦੇਣ ਤਾਂ ਵੀ ਉਹ ਨਹੀਂ ਲੈਂਦੇ, ਇਹ ਕੀ ਗੱਲ ਹੈ? ਤੇ ਗੁਰੂ ਜੀ ਨੇ ਆਖਿਆ ਸੀ, ਮਰਦਾਨਿਆਂ ਇਹੋ ਮਾਇਆ ਤਾਂ ਛੱਡ ਕੇ ਘਰਾਂ ਤੋਂ ਬੇਘਰ ਹੋ ਤੁਰੇ ਹਾਂ, ਫਿਰ ਇਸੇ ਵਿੱਚ ਲਪਟ ਜਾਣਾ ਕੀ ਗੱਲ ਹੈ? ਮਰਦਾਨਾ ਫਿਰ ਇਹ ਘਰੋਂ ਘਾਟੋਂ ਗਏ ਅਤੀਤ ਸਾਧ ਵੀ ਤੁਸਾਂ ਨੂੰ ਨਹੀਂ ਪਾਉਂਦੇ, ਤੁਹਾਨੂੰ ਉਹ ਵੀ ਨਹੀਂ ਚੰਗੇ ਲੱਗਦੇ ਜਿਨ੍ਹਾਂ ਘਰ ਬਾਹਰ ਛੱਡ ਦਿੱਤੇ। ਗੁਰੂ ਜੀ ਨੇ ਆਖਿਆ, ਮੈਨੂੰ ਨਾ ਪਾਉਂਦਾ ਕੋਈ ਵੀ ਨਹੀਂ, ਪਰ ਘਰ ਪੁੱਤਰ ਨਾਰ ਮਾਤਾ ਪਿਤਾ ਤਿਆਗ ਮਖੱਟੂ ਹੋ ਕੇ ਆਪਣਾ ਬੋਝ ਦੂਸਰਿਆਂ ਤੇ ਪਾ ਟੁਰਨਾ ਮਾੜੀ ਗੱਲ ਹੈ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਲਈ ਕੋਈ ਮਾੜਾ ਨਹੀਂ, ਪਰ ਘਰ ਘਾਟ ਛੱਡ ਕੇ ਮਾਂ ਪਿਓ ਛੱਡ ਕੇ ਤੇ ਕਿਸੇ ਦੂਜਿਆਂ ਤੇ ਬੋਝ ਬਣ ਜਾਣਾ ਇਹ ਥੋੜੀ ਗੱਲ ਹੈ। ਨਿਰਾ ਤਿਆਗ ਕੁਝ ਸਾਰਦਾ ਨਹੀਂ। ਮਰਦਾਨਾ ਕਹਿੰਦਾ, ਪਾਤਸ਼ਾਹ ਆਪ ਅੰਗੀਕਾਰ ਕੁਛ ਕਿਉਂ ਨਹੀਂ ਕਰਦੇ, ਖਾਂਦੇ ਕਿਉਂ ਨਹੀਂ? ਪਾਤਸ਼ਾਹ ਕਹਿੰਦੇ, ਮਰਦਾਨਿਆਂ ਅਸੀਂ ਨਿਰੰਕਾਰ ਦੇ ਹੁਕਮ ਵਿੱਚ ਉੱਠ ਟੁਰੇ ਹਾਂ, ਘਰ ਬਣ ਸਾਨੂੰ ਸੰਸਰ ਹੈ, ਗ੍ਰਹਿਣ ਤਿਆਗ ਤੁਲ ਹੈ, ਜਿੱਥੇ ਰੱਖੇ ਪ੍ਰਮਾਤਮਾ ਉੱਥੇ ਰਾਜ਼ੀ ਹਾਂ, ਉਹਦੀ ਰਜ਼ਾ ਵਿੱਚ ਹਾਂ। ਉਹਦੀ ਰਜ਼ਾ ਹੈ ਹੁਣ ਜਗਤ ਜਲੰਦੇ ਵਿੱਚ ਠੰਡ ਵਰਤਾਉਣ ਦੀ, ਪ੍ਰਮਾਤਮਾ ਦੀ ਥਾਂ ਥਾਂ ਅਧਿਕਾਰਿਆਂ ਦੀਆਂ ਘਾਲਣਾ ਨੂੰ ਜਾ ਕੇ ਥਾਂ ਪਾਉਣ ਦੀ, ਦੁਖੀਆਂ ਸੰਤਾਪੀਆਂ ਸਰਾਪੀਆਂ ਦੇ ਉਧਾਰ ਕਰਨ ਦੀ। ਇਸ ਅਜ਼ਲੀ ਹੁਕਮ ਅੱਗੇ ਸਿਰ ਨਿਵਾ ਕੇ ਅਸੀਂ ਤੁਰੇ ਹਾਂ ਮਰਦਾਨਿਆਂ। ਜਿਵੇਂ ਪ੍ਰਮਾਤਮਾ ਦੇ ਹੁਕਮ ਵਿੱਚ ਹਵਾ ਪਾਉਣ ਚੱਲਦੀ ਹੈ ਨਾ, ਜਗਤ ਦਾ ਭਲਾ ਕਰਦੀ ਹੈ, ਇਸੇ ਤਰ੍ਹਾਂ ਹੀ ਉਸ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਮਰਦਾਨਿਆਂ ਅਸੀਂ ਤੁਰੇ ਹਾਂ, ਅਸੀਂ ਚੱਲੇ ਹਾਂ। ਹੁਣ ਮਰਦਾਨਾ ਸੱਚੇ ਪਾਤਸ਼ਾਹ ਸਤਿਗੁਰਾਂ ਨੂੰ ਲਗਾਤਾਰ ਜੋ ਹੈ ਉਹ ਸਵਾਲ ਕਰ ਰਿਹਾ ਹੈ, ਤੇ ਮੇਰੇ ਸੱਚੇ ਪਾਤਸ਼ਾਹ ਜੀ ਮਰਦਾਨੇ ਦੇ ਜੋ ਸਵਾਲ ਹਨ ਉਹਨਾਂ ਦੇ ਜਵਾਬ ਦੇ ਰਹੇ ਹਨ। ਤਲਵੰਡੀ ਨਗਰ ਵਿੱਚ ਆਏ ਗੁਰੂ ਸਾਹਿਬ, ਇੱਥੋਂ ਆ ਕੇ ਉਪਰੰਤ ਮੇਰੇ ਸਾਹਿਬ ਸੱਚੇ ਪਾਤਸ਼ਾਹ ਫਿਰ ਤੁਲਸਾਂ ਦਾ ਉਧਾਰ ਕੀਤਾ ਇੱਥੇ। ਹੁਣ ਅੱਗੇ ਨੂੰ ਜਾ ਰਹੇ ਨੇ, ਇੱਥੇ ਸੱਜਣ ਠੱਗ ਦੇ ਨਾਲ ਗੁਰੂ ਸਾਹਿਬ ਦਾ ਹੁਣ ਮਿਲਾਪ ਹੋਏਗਾ। ਸੱਜਣ ਠੱਗ ਤੇ ਕੀ ਕੁਝ ਉਹਦੇ ਕੋਲ ਵਾਪਰਦਾ ਹੈ, ਮੇਰੇ ਪਾਤਸ਼ਾਹ ਕਿਵੇਂ ਸੱਜਣ ਠੱਗ ਦਾ ਉਧਾਰ ਕਰਦੇ ਨੇ, ਆਪਾਂ ਕੱਲ ਨੂੰ ਵਿਚਾਰਾਂਗੇ। ਸਵਾਜੇ ਨੀਆਂ ਕੋ ਬੇਨਤੀਆਂ ਪ੍ਰਵਾਨ, ਕਰੋ ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।